ਗਗਨ ਦਮਮ ਬਾਜਿਓ ਪਰਿਉ ਨਿਸ਼ਾਨੇ ਖਾਓ खेत जो मांड्यो सूरमा अब जूझन खोदाओ सूरा सो पहचानिए झूल रहे दीन के हेत पुरजा पुरजा कट मरे कबू न छड़े खेत। गुरु प्यारी साध संगत जीओ, धन कलगियां वाले पातशाह श्री गुरु गोबिंद सिंह साहब जी महाराज और धन उन्हां दा परिवार, बजुर्ग माता गुजरी जी और छोटे साहिबजादे बाबा जोरावर सिंह, बाबा फतेह सिंह साहब, इन्हां दी मां चढ़ाई कर गई सीगी। जिहड़ी माता अजीत कौर सीगी ਉਹਦੇ ਤਿੰਨ ਸਾਹਿਬਜ਼ਾਦੇ ਸੀਗੇ, ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਤੇ ਬਾਬਾ ਜੁਝਾਰ ਸਿੰਘ। ਤਿੰਨੇ ਮਾਤਾ ਅਜੀਤ ਕੌਰ ਦੇ ਸਨ। ਬਾਬਾ ਅਜੀਤ ਸਿੰਘ ਸਾਹਿਬ ਮਾਤਾ ਸੁੰਦਰ ਕੌਰ ਦਾ ਸੀਗਾ ਤੇ ਮਾਤਾ ਅਜੀਤ ਕੌਰ ਨੂੰ ਗੁਰੂ ਮਹਾਰਾਜ ਨੇ ਸਿਰ ਤੇ ਹੱਥ ਰੱਖ ਕੇ ਕੌਤਕ ਦਿਖਾ ਦਿੱਤਾ ਸੀ। ਉਹਨੇ ਬਹੁਤੇ ਗੁਰੂ ਜੀ ਨੂੰ ਤੰਗ ਕੀਤਾ। ਜਦੋਂ ਵੀ ਮਹਾਰਾਜ ਘਰ ਪ੍ਰਸ਼ਾਦਾ ਛਕਣ ਆਉਣ, ਉਹ ਗੱਲ ਹੋ ਕੇ ਬਹਿ ਜਾਏ ਵੀ ਸਾਹਿਬਜ਼ਾਦੇ ਜਵਾਨ ਹੋ ਗਏ ਨੇ, ਇਹਨਾਂ ਦੇ ਰਿਸ਼ਤੇ ਤੈਅ ਕਰੋ ਜੀ, ਇਹਨਾਂ ਨੂੰ ਘੋੜੀ ਚੜ੍ਹਦਾ ਮੈਂ ਵੇਖਣਾ ਚਾਹੁੰਦੀ ਹਾਂ ਜੀ, ਇਹਨਾਂ ਦੀਆਂ ਸ਼ਾਦੀਆਂ ਹੋਣ। ਸੁਖਨਾ 14, 15, 16 ਸਾਲ ਦੇ ਬੱਚੇ ਦੀ ਜੋ ਜਵਾਨੀ ਦੇ ਵਿੱਚ ਸ਼ਾਦੀ ਹੋ ਜਾਂਦੀ ਸੀ, ਲੋਕ ਤਾਂ 12, 12 ਸਾਲ ਦੇ ਵਿਆਹ ਦਿੰਦੇ ਸੀ। ਬਹੁਤੀ ਵਾਰ ਮਾਤਾ ਜੀ ਨੇ ਆਖਿਆ ਤੇ ਗੁਰੂ ਮਹਾਰਾਜ ਕਹਿਣ ਲੱਗੇ ਅਜੀਤ ਕੌਰ ਇਹਨਾਂ ਦੀਆਂ ਸ਼ਾਦੀਆਂ ਤੈਅ ਹੋ ਚੁੱਕੀਆਂ ਨੇ, ਪਰ ਜਿਸ ਤਰ੍ਹਾਂ ਦੀ ਘੋੜੀ ਤੂੰ ਚੜਾਉਣੀ ਹੈ ਉਸ ਤਰ੍ਹਾਂ ਦੀ ਭੁੱਲ ਜਾ, ਇਹ ਤਾਂ ਮੌਤ ਦੀ ਘੋੜੀ ਚੜਨਗੇ। ਰਣ ਤੱਤੇ ਦੇ ਵਿੱਚ ਮੌਤ ਲਾੜੀ ਨੂੰ ਵਿਆਹੁਣਗੇ। ਇਹਨਾਂ ਸ਼ਹੀਦੀਆਂ ਪਾਉਣ ਲਈ ਇੱਥੇ ਆਏ ਨੇ, ਇਹ ਵਿਆਹ ਵੂਹ ਕਰਾਉਣ ਲਈ ਨਹੀਂ ਆਏ ਹੋਏ ਜਿਸ ਤਰ੍ਹਾਂ ਦਾ ਤੂੰ ਬਹੁਤ ਸੋਚ ਨਹੀਂ ਹੈ। ਕਹਿਣ ਲੱਗੀ ਜੀ ਹੈ ਮਾਰ, ਕਹਿੰਦੇ ਹਾਂ ਨਹੀਂ ਯਕੀਨ ਤੇ ਦੇਖ ਲਾ। ਉਹਦੇ ਸਿਰ ਤੇ ਹੱਥ ਰੱਖਿਆ। ਮਾਤਾ ਜੀ ਜੋਗਾ ਅਭਿਆਸੀ ਸੀਗੇ, ਕਹਿੰਦੇ ਚੱਲ 10ਵੇਂ ਦੁਆਰ 'ਚ। ਸਵਾਸਾਂ ਦੀ ਪ੍ਰਕਿਰਿਆ ਰਾਹੀਂ ਮਹਾਰਾਜ ਨੇ ਸਵਾਸ ਚੜਾਉਣੇ ਸਿਖਾਏ ਹੋਏ ਸੀ। ਜਦ 10ਵੇਂ ਦੁਆਰ 'ਚ ਪਹੁੰਚੀ, ਸਾਰੀ ਫਿਲਮ ਦਿਖਾਤੀ ਅੱਖਾਂ ਦੇ ਅੱਗੋਂ। ਉਸੇ ਤਰ੍ਹਾਂ ਹੀ ਜਿਵੇਂ ਕਿਲਾ ਛੱਡਣਾ ਹੈ, ਸਰਸਾ ਤੇ ਵਿਛੋੜਾ ਹੋਣਾ ਤੇ ਪਰਿਵਾਰ ਨੇ ਵਿਛੜ ਜਾਣਾ। ਸਾਹਿਬਜ਼ਾਦੇ ਮਾਤਾ ਗੁਜਰੀ ਜੀ ਇੱਕ ਪਾਸੇ ਗੰਗੂ ਬ੍ਰਾਹਮਣ ਦੇ ਨਾਲ ਤੇ ਦੂਜੇ ਪਾਸੇ ਸਾਡੀਆਂ ਦੋਨੇ ਮਾਤਾਵਾਂ, ਮਾਤਾ ਸੁੰਦਰ ਕੌਰ, ਮਾਤਾ ਸਾਹਿਬਦੀਵਾ ਕੌਰ। ਅੱਗੇ ਗਾ ਚਮਕੌਰ ਦੀ ਜੰਗ, ਸਾਹਿਬਜ਼ਾਦਿਆਂ ਦੀ ਬਹਾਦਰੀ। ਕਹਿਣ ਲੱਗੀ ਮਹਾਰਾਜ, ਉਹ ਘਬਰਾ ਗਈ। ਕਹਿਣ ਲੱਗੀ ਵੀ ਮੈਂ ਤਾਂ ਨਹੀਂ ਵੇਖ ਸਕਦੀ। ਗੁਰੂ ਸਾਹਿਬ ਕਹਿੰਦੇ ਤੇਰੀ ਮਰਜ਼ੀ ਹੈ, ਜੇ ਤੂੰ ਨਹੀਂ ਵੇਖ ਸਕਦੀ ਤਾਂ ਤੈਨੂੰ ਛੁੱਟੀ ਹੈ। ਹੋਣਾ ਤਾਂ ਇਸੇ ਤਰ੍ਹਾਂ ਹੀ ਹੈ, ਪਰ ਦਿਲ ਤੇ ਪੱਥਰ ਰੱਖ ਕੇ ਵੱਡਾ ਜਿਗਰਾ ਕਰਕੇ ਵੇਖਣਾ ਪਊਗਾ। ਪੁੱਤ ਮਰਦੇ ਵੇਖਣੇ ਬੜੇ ਔਖੇ ਨੇ। ਤੋ ਗੁਰੂ ਮਹਾਰਾਜ ਸ੍ਰੀ ਗੁਰੂ ਅਮਰਦਾਸ ਜੀ ਨੇ ਅਰਦਾਸ ਕੀਤੀ ਸੀ ਵੀ ਹੇ ਰੱਬ ਸੱਚਿਆ, ਜੇ ਤੂੰ ਜਾਰਾ ਪੀਰ ਹੈ ਤੇ ਅੱਜ ਤੋਂ ਬਾਅਦ ਕਿਸੇ ਮਾਂ ਪਿਓ ਦੇ ਸਾਹਮਣੇ ਜਿਉਂਦਿਆਂ ਕਿਸੇ ਦਾ ਪੁੱਤ ਨਾ ਮਰੇ। ਉਹ ਤਈਏ ਦਾ ਆਪਣਾ ਮਰ ਗਿਆ ਸੀ ਨਾ, ਕਿਸੇ ਮਾਈ ਦਾ ਪੁੱਤਰ। ਤੇ ਗੁਰੂ ਜੀ ਨੂੰ ਤਰਸ ਆਇਆ ਤੇ ਮਹਾਰਾਜ ਨੇ ਪੈਰ ਛੁਆ ਕੇ ਉਹਨੂੰ ਜਿਉਂਦਾ ਕਰ ਦਿੱਤਾ। ਤਈਏ ਦਾ ਨੂੰ ਪੰਜਰੇ 'ਚ ਪਾ ਦਿੱਤਾ। ਵੇਖੋ ਇੰਨਾ ਤਰਸ ਕੀਤਾ ਲੋਕਾਂ ਦੇ ਪੁੱਤਾਂ ਨੇ। ਗੁਰੂ ਗੋਬਿੰਦ ਸਿੰਘ ਨੇ ਵੀ ਲੋਕਾਂ ਦੇ ਪੁੱਤਰਾਂ ਨੂੰ ਯਤੀਮ ਹੋਣ ਤੋਂ ਬਚਾਉਣ ਲਈ 8.5 ਸਾਲ ਦੀ ਉਮਰ 'ਚ ਅਰਦਾਸ ਕੀਤੀ ਵੀ ਮੈਂ ਯਤੀਮ ਹੋ ਜਾਵਾਂ ਮਹਾਰਾਜ, ਮੈਂ ਆਪ ਦਾ ਦੁੱਖ ਸਹਾਰ ਲਊਂਗਾ, ਜੋ ਔਖਾ ਸੌਖਾ ਕੱਟੂ ਸਰੀਰ ਤੇ ਮਹਾਰਾਜ, ਪਰ ਤੁਸੀਂ ਇਹਨਾਂ ਲੋਕਾਂ ਦੇ ਬੱਚੇ ਯਤੀਮ ਹੋਣ ਤੋਂ ਬਚਾਓ। ਗੁਰੂ ਤੇਗ ਬਹਾਦਰ ਜੀ ਨੂੰ ਦਿੱਲੀ ਤੋਰਨ ਵਾਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪਰ ਕਹਿੰਦੇ ਸ਼ਾਬਾਸ਼ ਸਾਹਿਬਜ਼ਾਦਾ ਜੀ, ਸਾਨੂੰ ਇਹੀ ਆਸ ਸੀ ਤੁਹਾਡੇ ਕੋਲੋਂ ਵੀ ਤੁਸੀਂ ਇਹ ਬਚਨ ਸਾਨੂੰ ਸੁਣਾਓਗੇ।
ਅਸਾਂ ਨੂੰ ਯਕੀਨ ਹੋ ਗਿਆ ਕਿ ਤੁਸੀਂ ਆਪ ਦੀ ਸੰਗਤ ਸਾਂਭਣ ਦੇ ਯੋਗ ਹੋ ਗਏ ਹੋ, ਲੋ ਸਾਂਭੋ ਆਪ ਦੀ ਸੰਗਤ। ਤੇ ਮੈਂ ਚੱਲਿਆ ਦਿੱਲੀ ਨੂੰ। ਵੇਖੋ ਕਿੰਨੀ ਬਹਾਦਰੀ ਵਾਲਾ ਕਾਰਨਾਮਾ। ਇਸ ਵਾਸਤੇ ਅਜੀਤ ਕੌਰ ਹੋਵੇਗਾ ਤਾਂ ਇਸੇ ਤਰ੍ਹਾਂ ਹੀ, ਤੇ ਇਹ ਸ਼ਹੀਦੀਆਂ ਪਾਉਣਗੇ ਮੈਂ ਵੇਖੂਗਾ। ਤੂੰ ਨਹੀਂ ਵੇਖ ਸਕਦੀ ਤੇ ਤੂੰ ਸਤਿ ਸ੍ਰੀ ਅਕਾਲ ਜਾ ਆਪਣੇ ਘਰ। ਕਹਿੰਦੀ ਜੀ ਚੰਗਾ। ਉਹਨੇ 10ਵੇਂ ਦੁਆਰ ਰਾਹੀਂ ਸਵਾਰ ਚੜਾਏ, ਜਪਜੀ ਸਾਹਿਬ ਦਾ ਪਾਠ ਕੀਤਾ, ਸਵਾਰ ਚੜਾ ਕੇ ਬ੍ਰਹਮਰੁੰਦਰ ਨਾਰੀ ਨੂੰ ਫੋੜ ਕੇ ਸੱਚਖੰਡ ਚਲੀ ਗਈ ਸੀ। ਤੋ ਸਾਹਿਬਜ਼ਾਦੇ ਨਿੱਕੇ ਨਿੱਕੇ ਛੋਟੇ ਨਿਆਣੇ ਸੀਗੇ, ਉਹ ਮਾਤਾ ਗੁਜਰੀ ਜੀ ਦੀ ਗੋਦ ਨਹੀਂ ਸੀ ਛੱਡਦੇ ਹੁੰਦੇ, ਤੇ ਮਾਤਾ ਗੁਜਰੀ ਉਹਨਾਂ ਨੂੰ ਦੁੱਧ ਪਾਣੀ ਪਿਲਾਉਂਦੀ, ਤੇ ਉਹਦੇ ਨਾਲ ਹੀ ਮੋਹ ਸੀਗਾ। ਇਸ ਲਈ ਜਦ ਕਿਲਾ ਛੱਡਿਆ ਤੇ ਛੋਟੇ ਸਾਹਿਬਜ਼ਾਦੇ ਮਾਤਾ ਗੁਜਰੀ ਜੀ ਦੇ ਨਾਲ ਸਾਧ ਸੰਗਤ ਜੀ ਉਹ ਰਥ ਵਿੱਚ ਬੈਠੇ, ਤੇ ਮੋਹਰਾਂ ਦੀ ਭਰੀ ਹੋਈ ਖੁਰਜੀ। ਗੁਰੂ ਜੀ ਦੀ ਆਗਿਆ ਤੋਂ ਉਲਟ ਮਨ ਨੇ ਕਿਹਾ ਵੀ ਕੋਈ ਵੀ ਚੀਜ਼ ਨਹੀਂ ਲੈਣੀ, ਪਰ ਲੀੜਾ ਕੱਪੜਾ ਲੋੜਵੰਦ ਆਪਦਾ ਸਮਾਨ ਲੈ ਲਓ, ਪੈਸਾ ਤਾਂ ਕੋਈ ਨਹੀਂ ਚੁੱਕਣਾ। ਗੁਰੂ ਸਾਹਿਬ ਦੇ ਹੁਕਮ ਤੋਂ ਉਲਟ ਇੱਕ ਮੋਹਰਾਂ ਦੀ ਖੁਰਜੀ ਵਾਲੀ ਭਰੀ ਹੋਈ ਜਿਹੜੀ ਖੱਚਰ ਸੀ ਉਹ ਮਾਤਾ ਜੀ ਨਾਲ ਲੈ ਲਈ। ਉਹੀ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਾ ਕਾਰਨ ਬਣੀ। ਸ਼ਾਇਦ ਜੇ ਗੁਰੂ ਜੀ ਦਾ ਹੁਕਮ ਮੰਨ ਕੇ ਉਹ ਮੋਹਰਾਂ ਵਾਲੀ ਖੁਰਜੀ ਨਾ ਮਾਤਾ ਜੀ ਲੈਂਦੇ, ਖਬਰੇ ਨਾ ਉਹਦਾ ਮਨ ਨਾ ਹੀ ਬੇਈਮਾਨ ਹੁੰਦਾ ਕੰਗੂ ਦਾ। ਪਰ ਕੀ ਕਰੀਏ, ਸਾਡੇ ਕਰਮ ਹੀ ਮਾੜੇ ਸੀਗੇ। ਸਾਹਿਬਜ਼ਾਦਿਆਂ ਦੀ ਉਮਰ ਹੀ ਪਤਾ ਨਹੀਂ, ਚੰਗੇ ਬੰਦਿਆਂ ਨੂੰ ਰੱਬ ਟਾਈਮ ਥੋੜਾ ਹੀ ਦਿੰਦਾ। ਜੋ ਰੱਬ ਨੇ ਲਿਖਿਆ ਸ਼ਾਇਦ ਇਸੇ ਲਈ ਆਏ ਹੋਣਗੇ। ਤੇ ਵੱਡੇ ਸਰਸਾ ਪਾਰ ਕਰਕੇ ਘੋੜਿਆਂ ਤੇ ਚੜ੍ਹ ਕੇ ਉਹ ਜਵਾਨ ਸੀ ਸੁੱਖ ਨਾਲ, ਉਹ ਮਹਾਰਾਜ ਦੇ ਮਗਰ ਮਗਰ ਨਿਕਲ ਗਏ। ਸਾਧ ਸੰਗਤ ਜੀਓ, ਭਾਈ ਬਚਿੱਤਰ ਸਿੰਘ ਜੀ ਜ਼ਖਮੀ ਹੋਏ ਤੇ ਬਾਬਾ ਅਜੀਤ ਸਿੰਘ ਸਾਹਿਬ ਨੇ ਉਹਨਾਂ ਦੀ ਸੇਵਾ ਸੰਭਾਲ ਕੀਤੀ। ਜਿਹੜਾ ਨਿਹੰਗ ਖਾਂ ਪਠਾਨ ਸੀਗਾ, ਜਿੱਥੇ ਗੁਰਦੁਆਰਾ ਭੱਠਾ ਸਾਹਿਬ ਹੈ, ਉਹਦੇ ਘਰ ਦੇ ਵਿੱਚ ਉਹਦਾ ਆਸਣ ਲਵਾਇਆ। ਉਹਦੀ ਬੇਟੀ ਨੇ ਬੜੀ ਸ਼ਰਧਾ ਦੇ ਨਾਲ ਭਾਈ ਬਚਿੱਤਰ ਸਿੰਘ ਦੀ ਮਨ ਪੱਟੀ ਕੀਤੀ, ਮੁਸਲਮਾਨਾਂ ਤੋਂ ਵੀ ਬਚਾਇਆ। ਪਰ ਭਾਈ ਸਾਹਿਬ ਦਾ ਖੂਨ ਜ਼ਿਆਦਾ ਵਗਣ ਕਰਕੇ ਉਹ ਉੱਥੇ ਹੀ ਨਿਹੰਗ ਖਾਂ ਪਠਾਨ ਦੇ ਘਰ ਹੀ ਸ਼ਹੀਦੀ ਪਾ ਗਏ। ਸ਼ਹੀਦ ਭਾਈ ਉਦੈ ਸਿੰਘ, ਉਹਨਾਂ ਵੀ ਸਾਹਿਬਜ਼ਾਦੇ ਅਜੀਤ ਸਿੰਘ ਨੂੰ ਆਖਿਆ ਵੀ ਤੈਨੂੰ ਪਿਤਾ ਜੀ ਬੁਲਾ ਰਹੇ ਨੇ, ਤੇਰਾ ਇੱਥੇ ਸਥਾਨ ਨਹੀਂ, ਤੇਰਾ ਗਾਂ ਸਥਾਨ ਹੈ, ਅਸੀਂ ਲੜਾਂਗੇ। ਭਾਈ ਜੈਤਾ ਜੀ ਤੇ ਭਾਈ ਉਦੈ ਸਿੰਘ ਜੀ ਸਰਸਾ ਦੇ ਉਰਲੇ ਕਿਨਾਰੇ ਤੇ ਸ਼ਹੀਦ ਹੋਏ। ਭਾਈ ਬਚਿੱਤਰ ਸਿੰਘ ਪਰਲੇ ਕਿਨਾਰੇ ਤੇ ਨਿਹੰਗ ਖਾਂ ਪਠਾਨ ਦੇ ਘਰ ਜ਼ਖਮਾਂ ਦੀ ਤਾਪ ਨਾ ਸਹਾਰਦਾ ਹੋਇਆ ਸਵਾਸ ਤੇ ਆ ਗਿਆ। 40 ਦੇ ਕਰੀਬ ਸਿੰਘ ਸਤਿਗੁਰੂ ਜੀ ਦੇ ਨਾਲ ਬੁੱਧੀ ਚੰਦ ਦੀ ਹਵੇਲੀ, ਚਮਕੌਰ ਦੀ ਕੱਚੀ ਹਵੇਲੀ ਖੜੀ ਦੇ ਵਿੱਚ ਪਹੁੰਚੇ। ਇੱਕ ਹੇਠਾਂ ਗੁਰਦੁਆਰਾ ਕਤਲਗੜ੍ਹ ਸਾਹਿਬ, ਇੱਕ ਉੱਪਰ ਚਮਕੌਰ ਦੀ ਖੜੀ ਗੁਰਦੁਆਰਾ ਸਾਹਿਬ ਹੈ। ਹੁਣ ਕਾਸ਼ੀ ਵਾਲੇ ਮਹਾਂਪੁਰਖ ਦਿੱਲੀ ਵਾਲੇ ਉਹਨੂੰ ਪ੍ਰਾਤਰ ਦਿਖ ਦੇ ਰਹੇ ਨੇ। ਉੱਪਰ ਗੁਰੂ ਸਾਹਿਬ ਜੀ ਬਾਰੀ 'ਚ ਬੈਠੇ ਹੋਏ ਸਨ ਤੇ ਮਹਾਰਾਜ ਦੀ ਆਗਿਆ ਲੈ ਕੇ 4-4 5-5 ਸਿੰਘਾਂ ਦਾ ਜਥਾ, ਕੋਠਾ ਸਿੰਘ ਤੇ ਮਦਨ ਸਿੰਘ ਗੇਟ ਦੇ ਪਹਿਰੇਦਾਰ ਸੀ, ਉਹ ਗੇਟ ਖੋਲਦੇ, ਸਿੰਘ ਬਾਹਰ ਨਿਕਲਦੇ, ਜੂਝ ਕੇ ਸ਼ਹੀਦੀਆਂ ਪਾ ਜਾਂਦੇ। ਸਿੰਘਾਂ ਨੂੰ ਮੈਦਾਨੀ ਜੰਗ ਵਿੱਚ ਜੂਝਦੇ ਵੇਖ ਕੇ ਸਾਹਿਬਜ਼ਾਦਾ ਅਜੀਤ ਸਿੰਘ ਜੀ ਦਾ ਵੀਰ ਰਸ ਜਾਗਿਆ ਤੇ ਡੋਲੇ ਫਿਰ ਕੇ ਬੜੀ ਧੀਰਜ ਦੇ ਨਾਲ ਗੁਰੂ ਪਿਤਾ ਜੀ ਤੋਂ ਇਸ ਤਰ੍ਹਾਂ ਆਗਿਆ ਮੰਗੀ। मिर्जा मोहम्मद अब्दुल लिखता है, मुझको भी दीजिए हुक्म कि ज़ौहर दिखाऊं मैं, जाए बला से जान पे वापस न आऊं मैं, नाम का अजीत हूँ जीता ना जाऊंगा, जीता गया तो हार के जीता ना आऊंगा। पिताजी की आज्ञा पा के बाबा अजीत सिंह जी 5 ਸਿੰਘਾਂ ਨਾਲ ਵੈਰੀਆਂ ਦੇ ਟੁੱਟ ਪਏ। ਕੋਠਾ ਸਿੰਘ ਤੇ ਮਦਨ ਸਿੰਘ ਨੇ ਇੱਕ ਵਾਰ ਜਵਾਬ ਦੇ ਦਿੱਤਾ ਕਿ ਜਿੰਨਾ ਚਿਰ ਅਸੀਂ ਜਿਉਂਦੇ ਹਾਂ ਗੇਟ ਨਹੀਂ ਖੋਲਾਂਗੇ। ਗੁਰੂ ਜੀ ਨੇ ਆਖਿਆ ਖਬਰਦਾਰ, ਕਿਉਂ ਨਹੀਂ ਖੋਲੋਗੇ? ਕਹਿੰਦੇ ਆਪਦੇ ਸਾਹਿਬਜ਼ਾਦੇ ਨੇ। ਮਾਰੇ ਕਹਿੰਦੇ ਤੁਸੀਂ ਕੌਣ ਹੋ? ਇਹ ਮਜਬੀ ਸਿੰਘ ਸੀਗੇ। ਕਹਿੰਦੇ ਤੁਸੀਂ ਸਾਨੂੰ ਪੁੱਤਾਂ ਨੂੰ ਵੱਧ ਪਿਆਰੇ ਹੋ। ਦੁਨੀਆ 'ਚ ਇੱਕੋ ਤੇ ਇੱਕ ਗੁਰੂ ਗੋਬਿੰਦ ਸਿੰਘ ਹੋਇਆ ਜਿਹਨੇ ਜਾਤ ਪਾਤ ਦਾ ਭੇਦ ਨਹੀਂ ਮੰਨਿਆ, ਅੰਮ੍ਰਿਤ ਛਕਾ ਕੇ ਆਪਦੀ ਹਿੱਕ ਨਾ ਲਾਇਆ। ਦੁਨੀਆ ਜਿੰਨੀ ਮਰਜ਼ੀ ਬੋਲੀ ਜਾਏ ਪਰ ਉਹਨਾਂ ਦੇ ਦਿਲ 'ਚੋਂ ਜਾਤ ਪਾਤ ਦਾ ਭੇਦ ਨਹੀਂ ਜਾਂਦਾ। ਇੱਕੋ ਇੱਕ ਗੁਰੂ ਗੋਬਿੰਦ ਸਿੰਘ ਆ, ਉਹਨੂੰ ਨਮਸਕਾਰ ਹੈ। ਆਖਿਆ ਗੇਟ ਖੋਲ ਦਿਓ, ਤੁਸੀਂ ਵੀ ਮੇਰੇ ਪੁੱਤ ਹੋ। ਇਹ ਖੁਸ਼ੀ ਦੇ ਨਾਲ ਇਹਨਾਂ ਨੇ ਆਗਿਆ ਮੰਗੀ ਹੈ। ਪਿਤਾ ਦੀ ਆਗਿਆ ਪਾ ਕੇ ਬਾਬਾ ਅਜੀਤ ਸਿੰਘ 5 ਸਿੰਘਾਂ ਨਾਲ ਵੈਰੀਆਂ ਦੇ ਟੁੱਟ ਪਏ।
ਵੈਰੀਆਂ ਨੇਜੀ ਨਾਲ ਪਰੋ ਸੁੱਟਿਆ। ਦੁਸ਼ਮਣਾਂ 'ਚ ਭਾਜੜ ਪੈ ਗਈ ਤੇ ਹਾਏ ਖੁਦਾ ਪੁਕਾਰਨ ਲੱਗੇ। ਦੌਰਿਓ ਦਲ ਮੈਂ ਧਾਇਕ ਹੈ ਲੈ ਕਰ ਸਾਨ ਪੜਾਏ, ਮਾਤ ਜਿਹ ਅਸਵਾਰ ਕੇ सिर में देत गिराए, लेतन पुरोए पठान को सब हिन सांग दिखलाए, देखत ही सब करत हैं अरे खुदाई खुदाई। कवि सैनापत ने लिखिया। साहब अजीत सिंह ने दुश्मनों ਦੀਆਂ ਭਾਜੜਾਂ ਪਵਾ ਦਿੱਤੀਆਂ, ਮਾਰੂ ਮਾਰ ਕਰਦੇ, ਕਦੇ ਇੱਕ ਪਾਸੇ ਕਦੇ ਦੂਜੇ ਪਾਸੇ, ਬਹੁਤ ਬਾਦਿਆਂ ਕਟਾਵਟ ਕਰੀ ਜਾਂਦੇ। ਦਸ਼ਮੇਸ਼ ਪਿਤਾ ਜੋ ਕਿ ਗੜੀ ਦੀ ਉੱਪਰਲੀ ਬਾਰੀ 'ਚ ਬੈਠੇ ਜੰਗ ਦੇਖ ਰਹੇ ਸੀ, ਸਾਹਿਬਜ਼ਾਦਾ ਅਜੀਤ ਸਿੰਘ ਨੂੰ ਹੱਲਾਸ਼ੇਰੀ ਦਿੱਤੀ ਕਿ ਸ਼ਾਬਾਸ਼ ਬੇਟਾ, ਬੜੀ ਦਲੇਰੀ ਨਾਲ ਲੜੇ ਹੋ। ਲੜਦੇ ਵੀ ਕਿਉਂ ਨਾ, ਕਿਉਂਕਿ ਆਪ ਮੇਰੇ ਵੱਡੇ ਸਪੁੱਤਰ ਹੋ। शाहजादा जी शाह ने भागड़ थी मसा दी, ये फौज भगा दी, कभी वो फौज भगा दी, बढ़ चढ़ के तवक्कों से ज़ात जो दिखा दी, सतगुरु ने वही किला से बच्चों को निदा दी। शाबाश पिस, खूब दलेरी से लड़े हो, हाँ क्यों ना हो गोबंद के फरजंद बड़े हो। अल्लाह यार खान जोगी। इतने कई ने गलत गल्लां प्रचारियां। एक कविता छोटी उम्र च स्कूल पढ़ते वो भी याद की होंदी सी, उस भी यही लिखिया सी कि साहबजादा बाबा अजीत सिंह जी पानी पीने लिए गुरु जी के कोल आए, तो गुरु जी ने कहा भी वापस जाओ तो दुश्मनों के खून नाल प्यास बुझाओ। वो भले मानसो, सोचने वाली गल ये है भी पहला तो दुश्मन के घेरे चो कोई इस तरह निकल के आ नहीं सकता। उत्थे किहड़ा मामे पिंड गए सी कि नानी ने कहा भी जाओ, इंज नहीं हो सकता। दुश्मन ने तुहानू घेरा पाया होवे ते तुसीं कहो भी मैं पानी पीआं, अगला जान दूंगा। आउणा चाहे तां भी दुश्मन रस्ता क्यों देऊगा दसो। इंज बाबा अजीत सिंह ने पहला तीर कमान नाल युद्ध कीता, जब तीर समाप्त हो गए तां बरछी कढ ले। युद्ध करदिआं किसी तुरक दे मारे तां उह संजोग नूं पाड़ के उहदी आर पार हो गई। जद कढण लगे तां टुट के अद्धी उहदे विच ही रह गई, अद्धी साहिबजादा जी दे हत्थ विच आ गई। फिर म्यान चो तलवार कढ़ ली, सैकड़ियां नूं मौत दे घाट उतार के आखिर वो भी टुट गई। फिर कटार कढ़ ली, पालकी च बैठे अनवर खान नवाब के पेट जद जाके मारी तां बैरी दल ने आप नूं चार शपेरों घेर के एकदम शस्त्रां दी ऐसी बुछाड़ की कि शरीर विन सुटिया। साहिबजादा बाबा अजीत सिंह जी वीर गति नूं प्राप्त हो गए। पुरजा पुरजा कट मरै कब होना छाड़ा खेत, ते सामने मथे साध संगत जीओ सामने मथे डिगे ते गुरु महाराज नूं बारी च बैठे होए दोवें हथ जोड़ के फतेह बुलाई। गुरु साहब ने फतेह का जवाब दे के उच्ची उच्ची जयकारे छड्डे। साहिबजादा बाबा जुझार सिंह जी का पालन पोषण भी बाबा अजीत सिंह दे वांग ही होया। आपने भी धार्मिक विद्या, शस्त्र विद्या ते रणनीति विद्या ग्रहण की। 8-9 साल की उम्र के विच ही अमृतपान किया ते आप जी भी गुरु पिता ते वड्डे भराता बाबा अजीत सिंह ते होर मर्जी बड़े सिंघां नाल चमकौर साहिब च पहुंचे सी। बाबा जुझार सिंह ने गढ़ी की अटारी ते बैठ के सारे सिंह सूरमियां ते बाबा अजीत सिंह जी का जब जंग वेखिया तो उन्हां दे भी डोले फिर के खून खोलिया। जब बाबा अजीत सिंह जी शहीद हो गए तो बाबा जुझार सिंह जी ने जंग करने की लालसा मन च प्रबल कर ली। गुरु पिता जी तो इस तरह आज्ञा मंगी, बेटे को शहादत मिली, देखा जो पदर ने तूफान बपा, गम से किया दीदार ये तर ने, इस वक्त कहा नन्हे से मासूम पिसर ने, रुखसत हमें दिलवाओ पिता, जाएंगे मरने, भाई से बिछड़ कर हमें जीना नहीं आता, सोना नहीं, खाना नहीं, पीना नहीं आता। इस वक्त आप जी की उम्र मसा 14 साल की सी ते वड्डे भाई नालों आप जी 4 साल छोटे सी। बाबा अजीत सिंह 17 साल दे, बाबा जुझार सिंह जी 14 साल दे। पिता जी तो आज्ञा मंगते हैं कि मैं भी जंग च जाके वड्डे भाई दे पग चिन्हां ते चलदा तुहाडा छोटा पुत्र कमाउंदा होया आपदे नाम की लाज रखा। उसका अंज जुझार सिंह था जिसका वह था 14 साल, 4 वर्ष छोटा अग्रज से बोला, गुरु से वह गुरु बाल, आज्ञा हो निर्भय अग्रज का, करूं अनुसर्व मैं भी आज, रहूं यथार्थ तनुज आपका, रखूं अनुज नाम की लाज,
बाबा जुझार सिंह की बेनती सुन के पिता गुरु जी ने फरमाया, बेटा तुसी पंथ की बेड़ी के मलाह हो, सीस भेंट करो, जो धर्म का बेड़ा पार लगे जाओ। तुहानू वड्डे भाई बाबा अजीत सिंह जी आकाश में खड़े उड़ीक रहे हैं। मेरी चाहना कि मैं तुहानू जंग च बरछी चलाते तो बरछी का वार सहते हुए वेखा, और मैनू यकीन हो जाए भी जो आपने मेरे घर च रह के विद्या सीखी है वो आपने पूरी तरह पकाई है। एक थ्योरी का पेपर होंगे, एक प्रैक्टिकल का होंगे, ये हुण प्रैक्टिकली पेपर है। पिता गुरु जी ने आज्ञा दी, शास्त्र सजाए, 5 सिंह नाल तोरे, जब देखो जुझार सिंह समा पहुंचो आन, दौरे उदर में पाए कर में गही कृपान या कमान, कवि सेनापति। बड़े भरा के शहीद होने तो पिछों बाबा जुझार सिंह ने रण भूमि च बड़ा रौला पिया वेखिया, तो उन्होंने मन च विचार आई कि मेरा भी पिछे रहने का धर्म नहीं कि पुत्र दे जिउंदे जी पिता गुरु आप जंग करके जूझन, बच्चे नौजवान होण ते पिता जंग च जूझे, फबदा नहीं है। साडा समा पहला होना चाहिए। ऐसो रो रो जब कुहां भयो, साहिब जुझार सिंह मन में ठयो, अब जीवन को कुछ धर्म नहीं, पुत्र जीवे लड़ पिता मराही। रतन सिंह भंगू। बाबा अजीत सिंह तो बाद बाबा जुझार सिंह जी रण तत्ते विच गरजे, तां वैरी दलां च सहम छा गया। दुश्मन अगे के भजन लगे, डरदी मारे कोई नेड़े ना टुकदा, जंग च लोथां दे ढेर लग गए। साहिबजादे ने नेजे दे ऐसे कमाल दिखाए कि मुगल फौजां हैरान रह गई। परेशान मुड़को मुड़की दी ठंड च कि इन्नी छोटी उम्र च नेजाबाजी की इन्नी मुहारत अंदर पैदा, क्योंकि आपने एकदम एहो जिहा घमसान मचाया, इक्को हमले च 21 दुश्मनों को मौत के घाट उतार दिता। राक्षसां वर्गे बड़े बड़े दैर, कला कला बकरा हड़प जाने वाले पठाणा को नेजे च परो सुटिया। सारे रौला मच गया कि कलगीधर दे वीर सपूत तो बच के लड़ो भाई, ना तो बाबे अजीत सिंह दे कोल कोई आ सकिया, दूरों ही गोलियां मारियां ते नेजे दे तीर मारे सीगे, ना बाबे जुझार सिंह दे कोल कोई खड़ सकिया। कहंदे दे कोल पिता गुरु जी का बख्शिया खंडा है, 10-20 को जख्मी किया, 10-20 को मारा। एक हमले में इस एक ने 21 को मारा, अल्लाह शार खान जोगी, खन्नास को मारा, कभी इबलीस को मारा, गुल मच गया। एक तिफल ने 40 को मारा। बच बच के लड़ो कलगियों वाले के पिसर से, ये नीमचा लाए हैं गुरु जी की कब्र से। मारे दी बख्शिश बड़ी महान है। आखिर 5 भुखे भाने सिंह लखा का मुकाबला किन्नी को देर कर सकते सन। साहिबजादे नूं लड़दियां लड़दियां साध संगत जी शामां पै गईयां। तुरकां मनो चलाई अनेकां तीर ते गोलियां इक्को समय आके बाबा जुझार सिंह दी छाती ते सारे शरीर च लगियां, तो मानो कंडियां नाल कोमल फुल वधिया गया होवे, इंज शरीर छाननी छाननी हो गया। 4 सवेरे हनेरा छा गया। अज 8 पोह दी शाम हाहाकार मच गई। इहो दशमेश पिता जी का लाडला सपूत बाबा जुझार सिंह भी अपने बड़े भाई वांग बाबा अजीत सिंह के नाल रल के आपके दादा गुरु बाबा तेग बहादुर सिंह जी की पावन गोद में जहां विराजमान होए। सूरज अस्त हो गया, मानो मुगलों के राज का सूरज भी डुब गया। बड़े साहिबजादे शहीदी यादगार चमकौर साहब, गुरुद्वारा गढ़ी साहब ते कतलगढ़ साहब सुशोभित ने। दरवाजे ते लगे संगमरमर ते अल्लाह यार खान जोगी को लिखियां पंक्तियां सुशोभित ने, जिसका भाव है कि हिंदुस्तान की भी यात्रा करने लिए केवल ते केवल इको एक तीर्थ है, वो है चमकौर साहब। गुरु गोबिंद सिंह साहब ने ये नवा लैसन दिता, नवा अध्याय जोड़िया भी माड़ा फिर के तां मुक्ति हुंदी हुंदी है, तलवार के रस्ते भी मुक्त होवो। जिथे किसी साधु संत ने भजन किया उत्थे तां तीर्थ है ही है, जिथे सिंह शहीदियां पाउंदे ने महाराज ने ये नवा लैसन नवा अध्याय जोड़िया भी सिंघां दी शहीदी स्थान वाला भी तीर्थ है। माघ मंजन संग साधु मुक्तसर साहब लोग इशनान कर जाते ते अज दा दिन चमकौर साहब एक महान तीर्थ है, जिथे पिता गुरु गोबिंद सिंह ने अपने बेटे धर्म तो कुर्बान किए। चमकौर साहब के किनके जरा जरा कुर्बानी को सूरज की चमक है, इथों ही शहीदी परवाने उठे ते आकाश में जाके उत्थे समा गए, अमर हो गए। गुरु गोबिंद सिंह जी के लाडले सपूत बाबा अजीत सिंह ते बाबा जुझार सिंह जी
मानो दो चंद्रमा इस अस्तार को रोशन कर गए। पंक्तियां लिखियां ने दरबार साहब के ऊपर, घर एक हिंद में तीर्थ है, यात्रा के लिए कटाए बाप ने पिसर, यहाँ खुदा के लिए चमक है मेहर की चमकौर तेरे जर्रों में, यहीं से बन के सितारे गए समा के लिए। गुरु गोविंद के लखत जिगर अजीत जुजार, फलक पे एक यहाँ दो चांद है जिया के लिए। इंसाफ करे जी में जमाना तो यकीन है, कह दे गुरु गोविंद का सानी ही नहीं है। करतार की सुगंध है नानक की कसम है, जितनी भी हो गोविंद की तारीफ वो कम है। याकूब को यूसुफ के बिछड़ने ने रुलाया, सागर कोई कम ऐसा रसूलों में आया। कटवा के मिस्र चारे एक आंसू न गिराया, रुतबा गुरु गोविंद सिंह ने ऋषियों का बढ़ाया। अल्लाह यार खजोड़ी क्या दशमेश पिता तेरी बात कहूं, यो तूने पर उपकार किए, एक खालसा पथ सजा जातों के भेद निकाल दिए। इस तेग के बेटे तेग पगड़ दुखियों के काट जंजाल दिए, उस मुल्को वतन की खिदमत में कहीं बाप दिया कहीं लाल दिए। सूफी कवि किबरिया खान इन्हें चिर तक दिन बतीत हो चुका सी। हुण गुरु गोबिंद सिंह महाराज की बारी सी। गुरु साहब जी तैयार होंदे वेखे प्यारे दया सिंह साहब पंजा सिंघां दी सैर हाथ जोड़ के हो खड़ो गए। आख्या महाराज आप दी दित्ती पावर हुण इस वक्त असीं वरतदे हां जी, तुहाडे चरनां च अरदास समझ लो, तुहाडीआं पंजां दा हुक्म समझ लो। तुहानूं जाना पऊगा कि तुसीं इकल्ले नहीं जाओगे, तुहाडे सज्जे खब्बे तीन सिंह होणगे, एक सिंह सज्जे एक खब्बे एक पिठ पिछे। सिक्योरिटी बकायदा होनी चाहिए, आपकी मर्यादा है। तो प्यारे दया सिंह ते प्यारे धर्म सिंह सज्जे खब्बे, भाई मान सिंह पिछले पासे, बाकी जो मर्जी शहीद हो ये तुहाडे नाल जाणगे, ये आप नूं हुक्म है। वाह वाह गोबिंद सिंह आपे गुरजेगा। पंजां प्यारे दा हुक्म सिर मत्थे मन के वैरी नूं ये भुलेखा पाउण वास्ते कि गुरु साहिब जी अंदर ही ने, या पूर्ण मर्यादा नूं कहे हुए वचनां नूं अंजाम देण लई कि खालसा गुरु गुरु खालसा, खालसा मेरा रूप है खास। कई भाई संगत सिंह बारे कहते हैं असीं उन्हां नूं मत्था टेकदे हां, ते पर जिहड़ी खलगी सीगी वो संत सोह दे सिर ते लगी सीगी। उन्होंने कहा भी तू इत्थे मेरी जगह बारी च वीर आसन बैठ के आ तीर कमान पकड़ के वैरी दल दा डट के मुकाबला कर। यूं अज 8 पोह दी रात नूं महाराज ने कला छड्डिया भी 9 पोह सवेर तक वो बैठा रहा ते जूझ के शहीद ही भरी सी उन्हें। साध संगत जीओ सारे महाराज दे सिख ने, भाई संगत सिंह भी भाई संत सिंह भी, पर भाई संत सिंह बारे ये इतिहास दे विच असीं जिहड़ा जिक्र आउंदा उहनूं मनदे हां। जब गुरु जी बारी तो बाहर निकल लगे, छोटी बारी क्योंकि बड़े थानी ना निकलते तो पहले ही उत्थे फड़े जाना सीगा। ये गुरीले युद्ध की नीति है भी दुश्मन को मार के तुसीं भज सकते हो, फिर जब कायम हो जाओ फिर तुसीं लड़ सकते हो। ये महाराज ने छोटी बारी थानी जब निकलना चाहया हनेरे च वेखिया प्यारे दया सो कहन लगा जी जिंदरा लगा, ते लगा भी बड़ा मोटा। जिंदरा ये सानू रोक सकता? आपदा जोड़ा चरना वाला ठा करके उत्ते मारिया, कहते लिया खुलिया। क्यों महाराज ने जिंदरा खोलिया ते जोड़ा अंदरले पासे लाता। भाई साहब कहने लगे महाराज जब किते जाना हो जोड़ा पा के जाईदा, पता नहीं कित्थे जाना कित्थे टकाना। कहते नहीं भाई साहब मेरे जान नूं प्यारे सिंह उन्हां दीआं दस्तारां उन्हां दे केस खुले होणगे, मेरे चम दा जोड़ा दस्तारां दे केसां नाल लैके बेदबी होगी, ये नहीं मैं चाहुंदा। क्यों कलगीधर महाराज ने आप दा वेखो सिंहां प्रति कितना प्रेम जनाया। ते जिस वक्त बाबा अजीत सिंह बाबा जुझार सिंह दे शरीर कोल पहुंचे, बिजली चमकण तो चानण होया। प्यारे दया सिंह साहब ने आपदा साफा अद्धा अद्धा पाड़ के दोनों साहिबजादियां दे मुखड़े ढकण लई उत्ते पाउणा चाहया ते महाराज ने नाले वो रोई जाए उन्होंने मोढियां तो फड़ के तां खिच लिया। कहंदे दया सिंह ये की कर लगा?
ਕਹਿੰਦੇ ਜੀ ਸਾਹਿਬਜ਼ਾਦੇ ਦੇ ਮੁਖ ਢੱਕ ਰਿਆ। ਕਹਿੰਦੇ ਸਾਹਿਬਜ਼ਾਦੇ ਬਾਕੀ ਦੇ ਕੌਣ ਨੇ? ਉਹ ਸਾਹਿਬਜ਼ਾਦੇ ਨਹੀਂ। ਇਸ ਵਾਸਤੇ ਮੈਨੂੰ ਇਹ ਗੱਲ ਪਰਵਾਹ ਨਹੀਂ ਹੈ। ਮੈਂ ਕਿਸੇ ਦੇ ਨਹੀਂ ਸੁਣਨਾ ਚਾਹੁੰਦਾ ਵੀ ਗੁਰੂ ਗੋਬਿੰਦ ਸਿੰਘ ਨੇ ਪੁੱਤ ਹੋਰ ਸਮਝੇ ਤੇ ਸਿੰਘ ਹੋਰ ਸਮਝੇ। ਚੱਲ ਉੱਠ, ਤੂੰ ਮੇਰੇ ਨਾਲ ਚੱਲ, ਇਹ ਕੰਮ ਨਹੀਂ ਕਰਨਾ। ਜੇ ਤਾਂ ਕੱਪੜਾ ਇੰਨਾ ਵੀ ਸਾਰਿਆਂ ਦੇ ਪਾਉਣ ਲਈ ਫਿਰ ਤਾਂ ਪਾ ਦੇ, ਨਹੀਂ ਤਾਂ ਮੈਂ ਇਕੱਲੇ ਸਾਹਿਬਜ਼ਾਦੇ ਤੇ ਨਹੀਂ ਪਾਉਣ ਦੇਣਾ। ਇਹ ਸੁਣ ਕੇ ਕਰਤਾਰ ਸਿੰਘ ਬਲਗਨ ਲਿਖਦਾ, ਉਪਾ ਨਿਕਲ ਗਈਆਂ ਦਇਆ ਸਿੰਘ ਦੀਆਂ ਤੇ ਉਹ ਘੇਰ ਨਹੀਂ ਖਾ ਕੇ ਬੈਠ ਗਿਆ। ਲਹੂ ਲਿਬੜੇ ਪੈਰਾਂ ਕੂਲਿਆਂ ਦੇ ਸਿੱਖ ਸੀਸ ਝੁਕਾ ਕੇ ਬੈਠ ਗਿਆ। ਲਹੂ ਪੂੰਝ ਕੇ ਸਾਂ ਚੋਂ ਝਾੜ ਮਿੱਟੀ ਗੋਦੀ ਵਿੱਚ ਲਟਾ ਕੇ ਬੈਠ ਗਿਆ। ਵੱਲ ਪਿਤਾ ਨਿਰਮੋਹੀ ਵੇਖ ਕੇ ਤੇ ਦਇਆ ਸਿੰਘ ਰੋਹ ਵਿੱਚ ਆ ਕੇ ਬੈਠ ਗਿਆ। ਕਿਸੇ ਮੋਤੀਆਂ ਵਾਲੇ ਦਾ ਵਿਗੜ ਜਾਂਦਾ, ਵਿਗੜ ਜਾਂਦਾ, ਉਹ ਵਿਗੜ ਜਾਂਦਾ। ਕਿਸੇ ਮੋਤੀਆਂ ਵਾਲੇ ਦਾ ਵਿਗੜ ਜਾਂਦਾ। ਹੰਝੂ ਚਾਰ ਜੇ ਫੁੱਲ ਤੇ ਘੇਰ ਜਾਂਦਾ। ਉਹਦੀ ਤਿਆਗ ਦੀ ਮਹਿੰਦੀ ਨਾ ਲੱਥਣੀ ਸੀ। ਸੁੱਕਾ ਹੱਥ ਜੇ ਪ੍ਰੇਮ ਵਾਲਾ ਫੇਰ ਜਾਂਦਾ। ਕਲਗੀਧਰ ਮਹਾਰਾਜ ਦਇਆ ਸਿੰਘ ਨੂੰ ਸਮਝਾਇਆ, ਡਿੱਠਾ ਕਲਗੀਆਂ ਵਾਲੇ ਨੇ ਪਰਤ ਕੇ ਤੇ ਉੱਚੀ ਆਵਾਜ਼ ਮਾਰੀ, ਆਜਾ ਦਇਆ ਸਿੰਘ ਬਾਜਾਂ ਨਾਲ ਉਡਾਰੀਆਂ ਲਾਉਂਦਾ ਸ। ਫਾਈਆਂ ਕਿਹੜੀਆਂ ਚ ਫਸ ਗਿਆ ਦਇਆ ਸਿੰਘ, ਬੜਾ ਸੁਖੀ ਏ ਮੌਤ ਦੀ ਗੋਦ ਅੰਦਰ। ਇਹਨੂੰ ਰਹਿਣ ਦੇ ਉੱਥੇ ਹੀ ਪਿਆ ਸਿੰਘ। ਕਫਨ ਪਾਉਂਦਾ ਏ ਕੌਣ ਪਰਵਾਨਿਆਂ ਤੇ, ਪਰਵਾਨਿਆਂ ਤੇ। ਕਫਨ ਪਾਉਂਦਾ ਏ ਕੌਣ ਪਰਵਾਨਿਆਂ ਤੇ। ਚਾਦਰ ਵਿੱਚ ਲਪੇਟ ਨਾ ਪਿਆ ਸਿੰਘ। ਉਤਾਂ ਉੱਠ ਉਹ ਦਇਆ ਸਿੰਘਾ, ਉਤਾਂ ਉੱਠ। ਨਹੀਂ ਦੇਸ਼ ਭਗਤ ਹੁੰਦਾ ਜੋ ਸ਼ਹੀਦ ਦੀ ਮੌਤ ਤੇ ਝੂਰਦਾ ਏ। ਉਹ ਤਾਂ ਮੰਜ਼ਲਾਂ ਮਾਰ ਕੇ ਪਿਆ ਲੰਮਾ, ਸਾਡਾ ਪੰਧ ਪਰ ਸੱਜਣਾ ਦੂਰ ਦਾ। ਬਾਂਹ ਤੋਂ ਖਿੱਚ ਕੇ ਤੂੜਿਆ ਆਪਣੇ ਨਾਲ। ਬੀਬੀ ਸ਼ਰਨ ਕੌਰ ਰਾਏਪੁਰ ਦੀ ਰਹਿਣ ਵਾਲੀ, ਗੁਰੂ ਜੀ ਨੇ ਉਹਨੂੰ ਦਰਸ਼ਨ ਦਿੱਤੇ। ਉਹ ਬਾਰ-ਬਾਰ ਸੇਵਾ ਦੀ ਡਿਮਾਂਡ ਕਰਦੀ ਹੁੰਦੀ ਸੀ। ਆਖਿਆ ਪੁੱਤ ਸਿਰ ਤੇ ਹੱਥ ਰੱਖਿਆ, ਆ ਹੁਣ ਆਪਦੇ ਭਰਾਵਾਂ ਦੀ ਸੇਵਾ ਕਰ, ਚੱਲ ਜਾ। ਮੈਂ ਤਾਂ ਚੱਲਿਆ। ਤਾੜੀ ਸਾਹਿਬ ਗੁਰਦੁਆਰੇ ਤਾੜੀ ਮਾਰੀ, ਉਹਨੂੰ ਦਰਸ਼ਨ ਹੋਏ। ਲੱਗ ਗਈ ਪੁਲ ਟੱਪ ਕੇ ਰਾਏਪੁਰ ਉਹ ਭੈਣ ਦਾ ਘਰ ਸੀਗਾ, ਉਥੋਂ ਭੱਜੀ ਭੱਜੀ ਆਈ। ਫਿਰ ਮਹਾਰਾਜ ਦੇ ਹੁਕਮ ਨੂੰ ਸਿਰ ਮੱਥੇ ਪ੍ਰਵਾਨ ਕਰਦੇ ਆ। ਸਾਰੇ ਸਿੰਘਾਂ ਦੇ ਸਰੀਰ ਉਹਨੇ ਇੱਕੋ ਮੇਠੇ ਚ ਰੱਖ ਕੇ ਅੰਗੀਠਾ ਲਾ ਕੇ ਚੌਕੜਾ ਮਾਰ ਕੇ ਨਿਰਭੈ ਹੋ ਕੇ ਸਤਿਨਾਮ ਸ੍ਰੀ ਵਾਹਿਗੁਰੂ 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 ਕੀਰਤਨ ਸੁਣਦਾ ਪਾਠ ਕਰਕੇ ਸਿਮਰਨ ਕਰ ਰਹੀ ਸੀ। ਤੁਰਕਾਂ ਨੇ ਆਵਾਜ਼ ਮਾਰੀ। ਉਹ ਭੈਣ ਨੇ ਨੇਜਾ ਉੱਚਾ ਚੁੱਕ ਲਿਆ ਤੇ ਜਿਉਂਦੇ ਜੀ ਹੱਥ ਨਹੀਂ ਆਈ। ਫਟੜ ਕਰਕੇ ਨੇਜਿਆਂ ਦੇ ਨਾਲ ਹੀ ਡਰਦਿਆਂ ਚੁੱਕ ਕੇ ਤੁਰਕਾਂ ਨੇ ਉਸੇ ਨੇਠੇ ਚ ਉਹਨੂੰ ਸ਼ਹੀਦ ਕਰਕੇ ਸੰਸਕਾਰ ਕਰ ਦਿੱਤਾ। ਉਹ ਭੈਣ ਦੀ ਵੀ ਬਹੁਤ ਵੱਡੀ ਕੁਰਬਾਨੀ ਹੈ। ਸ਼ਹੀਦਾਂ ਦੇ ਪਾਵਨ ਸਥਾਨ ਤੇ ਬੈਠ ਕੇ ਸ਼ਹੀਦਾਂ ਨੂੰ ਨਮਸਕਾਰ ਕਰਦੇ ਹਾਂ। ਅੱਜ ਦੇ ਦਿਨ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਭੈਣ ਸ਼ਰਨ ਕੌਰ ਤੇ ਹੋਰਨਾਂ 40 ਮੁਕਤਿਆਂ ਦੀ ਪਵਿੱਤਰ ਸ਼ਹੀਦੀ ਵਿੱਚ ਸੋ ਸਮੂਹ ਸਾਧ ਸੰਗਤ ਆਪਾਂ ਜੁੜ ਮਿਲ ਬੈਠ ਕੇ ਗੁਰੂ ਸਾਹਿਬ ਦੇ ਚਰਨਾਂ 'ਚ ਹਾਜ਼ਰੀ ਲਵਾਉਣ ਦੀ ਅਰਦਾਸ ਕਰਦੇ ਹਾਂ ਕਿ ਉਹਨਾਂ ਦੇ ਪਾਏ ਪੂਰਨਿਆਂ ਤੇ ਗੁਰੂ ਮਹਾਰਾਜ ਸਾਨੂੰ ਵੀ